ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਹੋਨ ਸਹਾਇਕ ਸਭਨ ਕੇਰ, ਜਾਂ ਤੇ ਕੋਟ ਪੀਨ ਤੂੰ ਹੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠਦਿਆਂ ਹੋਇਆਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਕਥਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਵੇਂ ਪ੍ਰਗਟ ਹੋਏ, ਕਿਸ ਤਰ੍ਹਾਂ ਗੁਰਤਾ ਗੱਦੀ ਤੇ ਬੈਠੇ ਸੰਗਤ ਨੂੰ ਕਿਵੇਂ ਦਰਸ਼ਨ ਦਿੱਤੇ। ਮੱਖਣ ਸ਼ਾਹ ਲੁਬਾਣੇ ਨੇ ਜਿਹੜੀ ਮਾਇਆ ਭੇਟ ਕੀਤੀ ਹੈ, ਉਹ ਮਾਇਆ ਕਿਸ ਤਰ੍ਹਾਂ ਕਿਸ ਕੰਮ ਵਾਸਤੇ ਵਰਤੀ, ਇਹ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰਾਂ ਨੂੰ ਪ੍ਰਗਟ ਕਰਨ ਵਾਸਤੇ ਮੱਖਣ ਸ਼ਾਹ ਲੁਬਾਣੇ ਨੇ ਗੁਰੂ ਘਰ ਦੇ ਲੰਗਰ ਵਿੱਚ ਜਾ ਕੇ ਬਰਤਨਾਂ ਨੂੰ ਲੱਗੀ ਹੋਈ ਕਾਲਕ ਆਪਣੇ ਮੂੰਹ ਤੇ ਮਲ ਲਈ। ਸਤਿਗੁਰਾਂ ਦੇ ਸਾਹਮਣੇ ਜਾ ਕੇ ਬੈਠ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਪ੍ਰਗਟ ਕਰਨ ਤੇ ਨਹਿ ਤੂੰ ਟਰਿਓ। ਤੂੰ ਪ੍ਰਗਟ ਕਰਨ ਤੋਂ ਟਲਿਆ ਨਹੀਂ, ਸਾਨੂੰ ਪ੍ਰਗਟ ਕਰ ਦਿੱਤਾ ਜਾਂ ਪ੍ਰਗਟ ਕਰਨਾ ਚਾਹੁੰਦਾ। ਐਸੇ ਬਚਨ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ। ਕਹਿਣ ਲੱਗੇ, ਮੱਖਣ ਸ਼ਾਹ ਇਸ ਗੁਰਤਾ ਗੱਦੀ ਤੇ ਬੈਠਣਾ ਸੌਖਾ ਨਹੀਂ ਹੈ। ਇਸ ਗੁਰਤਾ ਗੱਦੀ ਨੂੰ ਸੱਤਾਂ ਸਮੁੰਦਰਾਂ ਦੇ ਜੀਵ ਵੀ ਨਿਆਉਂਦੇ ਨੇ। 9 ਖੰਡ ਨੇ ਜਿਹੜੇ ਧਰਤੀ ਦੇ, ਉੱਥੋਂ ਦੇ ਰਹਿਣ ਵਾਲੇ ਜੀਵ ਵੀ ਇਸ ਗੁਰਤਾ ਗੱਦੀ ਨੂੰ ਨਮਸਕਾਰਾਂ ਕਰਦੇ। ਜਿਹੜੇ 7 ਦੀਪ ਨੇ, ਉਹਨਾਂ ਜੀਵਾਂ, ਉਹਨਾਂ ਤੇ ਰਹਿਣ ਵਾਲੇ ਜੀਵ ਵੀ ਨਮਸਕਾਰਾਂ ਕਰਦੇ ਨੇ। ਇਹ ਬੜੀ ਵੱਡੀ ਪੰਡ ਹੈ ਭਾਰੀ। ਗੁਰਤਾ ਗੱਦੀ ਤੇ ਬੈਠਣਾ ਕੋਈ ਸੌਖਾ ਨਹੀਂ ਹੈ। ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਰਿਆਂ ਦੀ। ਗੁਰਤਾ ਗੱਦੀ ਤੇ ਜੋ ਬੈਠਣਾ ਹੈ ਬੜੀ ਭਾਰੀ ਪੰਡ ਹੈ, ਜੋ ਤੂੰ ਸਾਨੂੰ ਚੁਕਾਉਣੀ ਚਾਹੁੰਦਾ। ਇਹ ਬਚਨ ਆਪਾਂ ਪਿੱਛੇ ਸਰਵਣ ਕੀਤੇ ਸਨ। ਮਹਾਰਾਜ ਹੋਰ ਕਿਹੜੇ ਬਚਨ ਬਖਸ਼ਿਸ਼ ਕਰ ਰਹੇ ਨੇ, ਉਹ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਨ ਸਹਾਇਕ ਸਭਨ ਕੇਰ। ਸੋ ਮਹਾਰਾਜ ਕਹਿਣ ਲੱਗੇ, ਗੁਰਤਾ ਗੱਦੀ ਤੇ ਕੇਵਲ ਬੈਠਣਾ ਹੀ ਨਹੀਂ, ਜਿਹੜਾ ਬੈਠਦਾ ਹੈ ਉਹਨੂੰ ਹਰੇਕ ਦੀ ਸਹਾਇਤਾ ਕਰਨੀ ਪੈਂਦੀ ਹੈ, ਮਦਦ ਕਰਨੀ ਪੈਂਦੀ ਹੈ। ਜਿਹੜਾ ਵੀ ਕੋਈ ਰਾਧੇਗਾ, ਕੋਈ ਯਾਦ ਕਰੇਗਾ ਤੇ ਉੱਥੇ ਜਾ ਕੇ ਉਸ ਦੀ ਮਦਦ ਕਰਨੀ, ਇਹ ਵੀ ਸਾਡੀ ਉਸ ਵੇਲੇ ਜ਼ਿੰਮੇਵਾਰੀ ਬਣੇ। ਇਸ ਕਰਕੇ ਸਾਰਿਆਂ ਦੀ ਸਹਾਇਤਾ ਕਰਨੀ ਹੈ। ਜਾਂ ਤੇ ਪੋਟ ਪੀਨ ਤੂੰ ਹੇਰ। ਇਸ ਕਰਕੇ ਮੱਖਣ ਸ਼ਾਹ ਵੱਡੀ ਭਾਰੀ ਪੰਡ ਵੇਖ, ਕੱਲਾ ਇਹ ਨਾ ਵੇਖ ਵੀ ਗੁਰੂ ਨੇ ਗੁਰਤਾ ਗੱਦੀ ਤੇ ਬੈਠ ਜਾਣਾ। ਤੂੰ ਤੇ ਕੇਵਲ ਗੁਰੂ ਨੂੰ ਗੁਰਤਾ ਗੱਦੀ ਤੇ ਬਿਠਾਉਣਾ, ਬੈਠਿਆ ਹੋਇਆ ਵੇਖਣਾ ਚਾਹੁੰਦਾ ਹੈ। ਪਰ ਗੁਰਤਾ ਗੱਦੀ ਤੇ ਬੈਠਣ ਦੇ ਨਾਲ ਜ਼ਿੰਮੇਵਾਰੀਆਂ ਕਿੰਨੀਆਂ ਵੱਧ ਜਾਂਦੀਆਂ, ਇਹ ਨਹੀਂ ਦੇਖੀਆਂ। ਇਹ ਬੜੀ ਭਾਰੀ ਪੰਡ ਹੈ। ਕਰਾਂ ਅਸੂਇਆ ਸੋਢੀ ਸਾਰੇ। ਜੇ ਅਸੀਂ ਗੁਰਤਾ ਗੱਦੀ ਤੇ ਬੈਠ ਵੀ ਗਏ ਨਾ, ਚਲੋ ਮੰਨ ਲਓ ਵੀ ਜ਼ਿੰਮੇਵਾਰੀਆਂ ਵੀ ਚੁੱਕ ਲਵਾਂਗੇ, ਪਰ ਜਿੰਨੇ ਸੋਢੀ ਨੇ ਸਾਡੇ ਸਰੀਕੇ ਵਾਲੇ, ਖਾਨਦਾਨ ਵਾਲੇ ਜਾਂ ਹੋਰ ਜਿੰਨੇ ਵੀ ਨੇ, ਉਹ ਸਾਰੇ ਈਰਖਾ ਕਰਨਗੇ ਸਾਡੇ ਨਾਲ। ਈਰਖਾ ਕਰਨਗੇ ਵੀ ਇਹ ਗੁਰੂ ਕਿਉਂ ਬਣੇ ਨੇ, ਕਿਉਂ ਪ੍ਰਗਟ ਹੋਏ ਨੇ, ਸੰਗਤ ਦੇ ਵਿੱਚ ਕਿਉਂ ਵਿਚਰਦੇ ਨੇ। ਐਵੇਂ ਆ ਕਾਰਨ ਸਾਡੇ ਨਾਲ ਲੋਕ ਈਰਖਾ ਕਰਨਗੇ। ਲਿਖਾਂ ਪਰਸਪਰ ਹੋਵੇ ਰਿਸਵਾਰੇ। ਤੇ ਸਾਨੂੰ ਆਉਂਦਿਆਂ ਜਾਂਦਿਆਂ ਹਰ ਵੇਲੇ ਗੁੱਸੇ ਨਾਲ ਵੇਖਿਆ ਕਰਨਗੇ, ਈਰਖਾ ਨਾਲ ਵੇਖਿਆ ਕਰਨਗੇ, ਬਿਨਾਂ ਗੱਲ ਤੋਂ ਸਾਨੂੰ ਬੁਰਾ ਭਲਾ ਕਹਿਣਗੇ। ਗੁਰਤਾ ਗੱਦੀ ਤੇ ਬੈਠ ਕੇ ਜਾਈਏ, ਪਰ ਇਹਨਾਂ ਸੋਢੀਆਂ ਨੇ ਸਾਡੇ ਨਾਲ ਗੁੱਸਾ ਕਰਨਾ ਹੈ। ਨਿਜ ਨਿਜ ਪੂਜਾ ਚਾਹ ਕਰਵਾਈ। ਕਿਉਂਕਿ ਇਹ ਜਿਹੜੇ 22 ਗੁਰੂ ਬਾਹਰ ਬੈਠੇ ਨੇ ਨਾ ਮੱਖਣ ਸ਼ਾਹ ਜੀ, ਇਹਨਾਂ ਦੇ ਮਨ ਵਿੱਚ ਲਾਲਸਾ ਹੈ ਵੀ ਸਾਡੀ ਪੂਜਾ ਹੋਵੇ।
ਹੁਣ ਉਹਨਾਂ 22 ਗੁਰੂਆਂ ਦੇ ਵਿੱਚ ਧੀਰਮਲ ਵੀ ਬੈਠਾ, ਪਰ ਧੀਰਮਲ ਦੇ ਕੋਲ ਮਾਇਆ ਦੀ ਕਮੀ ਨਹੀਂ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕੱਲੀ ਮਾਇਆ ਦੀ ਇੱਛਾ ਰੱਖ ਕੇ ਬੈਠਾ, ਮਾਇਆ ਦੀ ਉਹਦੇ ਕੋਲ ਪਹਿਲਾਂ ਹੀ ਬੜੀ ਹੈ। ਉਹਦੇ ਮਨ ਵਿੱਚ ਇੱਕ ਇੱਛਾ ਹੋਰ ਹੈ ਵੀ ਲੋਕ ਮੇਰੀ ਪੂਜਾ ਕਰਨ, ਮੇਰੀ ਵਡਿਆਈ ਕਰਨ, ਮੈਨੂੰ ਨਮਸਕਾਰਾਂ ਕਰਨ। ਤੇ ਪਾਤਸ਼ਾਹ ਕਹਿ ਰਹੇ ਨੇ ਮੱਖਣ ਸ਼ਾਹ ਇਹ ਜਿਹੜੇ 22 ਗੁਰੂ ਬਾਹਰ ਬੈਠੇ ਨੇ ਸਾਰੇ ਆਪੋ ਆਪਣੀ ਪੂਜਾ ਚਾਹੁੰਦੇ ਹਨ, ਕਰੈ ਆਪਣੀ ਅਦਕ ਵਡਾਈ। ਤੇ ਫਿਰ ਆਪੋ ਆਪਣੀ ਵਡਿਆਈ ਵੀ ਬੰਦਾ ਤਾਂ ਹੀ ਕਰਦਾ ਨਾ ਵੀ ਲੋਕ ਮੈਨੂੰ ਚੰਗਾ ਕਹਿਣ, ਮੇਰੀ ਉਸਤਤ ਕਰਨ। ਇਹ 22 ਗੁਰੂ ਜਿਹੜੇ ਬਾਹਰ ਬੈਠੇ ਨੇ ਇਹ ਆਪਣੀ ਪੂਜਾ ਵਾਸਤੇ ਆਪਣੀ ਵਡਿਆਈ ਕਰਦੇ ਹਨ। ਠਾਨੈ ਦ્વੈਸ਼ ਅਨੇਕ ਪ੍ਰਕਾਰ। ਤੇ ਮਹਾਰਾਜ ਕਹਿੰਦੇ ਜੇ ਅਸੀਂ ਗੁਰਤਾ ਗੱਦੀ ਤੇ ਬੈਠ ਗਏ ਤੇ ਇਹ ਜਿੰਨੇ ਸੋਢੀ ਨੇ ਸਾਡੇ ਨਾਲ ਈਰਖਾ ਕਰਨ ਲੱਗ ਪੈਣਗੇ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਗੁਰਤਾ ਗੱਦੀ ਤੋਂ ਥੱਲੇ ਲਾਈਏ ਤੇ ਉੱਪਰ ਬੈਠ ਕੇ ਅਸੀਂ ਆਪਣੀ ਪੂਜਾ ਕਰਵਾਈਏ, ਸਾਡੇ ਨਾਲ ਵੈਰ ਕਰਨਗੇ। ਸ਼ਸਤਰਾਦਿਕ ਲੋ ਕਰੈ ਪ੍ਰਹਾਰ। ਤੱਕ ਮਹਾਰਾਜ ਨੇ ਕਹਿ ਦਿੱਤਾ ਮੱਖਣ ਸ਼ਾਹ ਸਾਨੂੰ ਗੁਰਤਾ ਗੱਦੀ ਤੇ ਬੈਠਿਆਂ ਇਹਨਾਂ ਨੇ ਸ਼ਸਤਰ ਚਲਾਉਣ ਤੋਂ ਵੀ ਨਹੀਂ ਹਟਣਾ। ਜੇ ਕਿਸੇ ਦਾ ਦਾ ਚੱਲਿਆ ਤੇ ਉਹਨੇ ਸਾਡੇ ਤੇ ਤਲਵਾਰ ਦਾ ਵਾਰ ਕਰ ਦੇਣਾ, ਜੇ ਕਿਸੇ ਦਾ ਦਾ ਚੱਲਿਆ ਤੇ ਉਹ ਸਾਡੇ ਤੇ ਤੀਰ ਚਲਾ ਸਕਦਾ ਹੈ, ਜੇ ਕਿਸੇ ਦਾ ਦਾ ਲੱਗੇਗਾ ਤੇ ਉਹ ਗੋਲੀ ਵੀ ਸਾਡੇ ਤੇ ਚਲਾਵੇਗਾ ਵੀ ਇਹਨਾਂ ਨੂੰ ਮਾਰ ਹੀ ਦਈਏ। ਔਰ ਗੁਰੂ ਪਾਤਸ਼ਾਹ ਦੇ ਬਚਨ ਸੱਚੇ ਵੀ ਹੋਏ। ਜਦੋਂ ਮਹਾਰਾਜ ਪ੍ਰਗਟ ਹੋ ਗਏ ਨਾ ਤੇ ਧੀਰਮਲ ਨੇ ਆਪਣੇ ਬਦਮਾਸ਼ਾਂ ਦੇ ਕੋਲੋਂ, ਆਪਣੇ ਬੰਦਿਆਂ ਦੇ ਕੋਲੋਂ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗੋਲੀ ਮਾਰ ਕੇ ਮਾਰ ਦੇ। ਤੇ ਉਹ ਜਿਹੜੀ ਗੋਲੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਮੱਥੇ ਨੂੰ ਛੂਹਦੀ ਹੋਈ ਅੱਗੇ ਨਿਕਲ ਗਈ ਸੀ ਤੇ ਮਹਾਰਾਜ ਦੇ ਮੱਥੇ ਵਿੱਚੋਂ ਖੂਨ ਵਗਣ ਲੱਗ ਪਿਆ ਸੀਗਾ। ਇਤਿਹਾਸ ਅੱਗੇ ਆਪਾਂ ਸਰਵਣ ਕਰ ਲੈਣਾ ਹੈ। ਮਤਲਬ ਇਹ ਹੈ ਵੀ ਜਿਹੜੇ ਬਚਨ ਮਹਾਰਾਜ ਇੱਥੇ ਕਹਿ ਰਹੇ ਨੇ ਵੀ ਇਹਨਾਂ ਸੋਢੀਆਂ ਨੇ ਸਾਨੂੰ ਮਾਰਨ ਤੱਕ ਪਿੱਛੇ ਨਹੀਂ ਹਟਣਾ, ਜੋ ਵੀ ਇਹਨਾਂ ਦਾ ਦਾ ਲੱਗਣਾ ਇਹਨਾਂ ਨੇ ਲਾਉਣਾ ਹੈ। ਗੁਰ ਕੇ ਬੰਸ ਵਿਖੇ ਜਨਮਾਏ। ਕਿਉਂਕਿ ਇਹ ਗੁਰੂ ਦੀ ਬੰਸ ਵਿੱਚ ਪੈਦਾ ਹੋਏ ਹਨ। ਆਪਸ ਮੈਂ ਮਤ ਸਰ ਤਪਤਾਏ। ਪਰ ਆਪਸ ਵਿੱਚ ਈਰਖਾ ਦੇ ਨਾਲ ਤਪੇ ਹੋਏ ਨੇ, ਹੋਏ ਗੁਰੂ ਘਰ ਵਿੱਚ ਹੀ ਪੈਦਾ ਨੇ। ਇਹ ਜਿਹੜੇ 22 ਗੁਰੂ ਬੈਠੇ ਨੇ ਨਾ ਇਹ ਬਾਹਰੋਂ ਨਹੀਂ ਆਏ, ਹੈ ਗੁਰੂ ਕੁਲ ਵਿੱਚੋਂ ਹੀ ਨੇ। ਕੋਈ ਗੁਰੂ ਦਾ ਕੁਛ ਲੱਗਦਾ, ਕੋਈ ਕੁਛ ਲੱਗਦਾ, ਕੋਈ ਕਿਸ ਤਰ੍ਹਾਂ ਅੱਗੇ ਤੋਂ ਅੱਗੇ ਰਿਸ਼ਤੇਦਾਰ ਨੇ, ਹੈ ਗੁਰੂ ਕੁਲ ਵਿੱਚੋਂ ਹੀ ਨੇ, ਪਰ ਆਪਸ ਵਿੱਚ ਈਰਖਾ ਦੇ ਤਪੇ ਹੋਏ ਹਨ। ਕਰਿਓ ਖੁਬਾਵਨ ਸਵਿਖ ਆਹਾਰ। ਸੋ ਇਸ ਕਰਕੇ ਇਹਨਾਂ ਨੇ ਤੈਨੂੰ ਕਈ ਤਰ੍ਹਾਂ ਦੇ ਇਹਨਾਂ ਨੇ ਕੀ ਕਰਨਾ ਹੈ ਵੀ ਜੇ ਇਹਨਾਂ ਦਾ ਜ਼ੋਰ ਚੱਲਿਆ ਤਾਂ ਹੋ ਸਕਦਾ ਹੈ ਭੋਜਨ ਵਿੱਚ ਵੀ ਜ਼ਹਿਰ ਪਾ ਕੇ ਦੇ ਦੇਣ, ਵੀ ਚਲੋ ਜ਼ਹਿਰ ਪਾ ਕੇ ਮਾਰ ਦੇਣਾ ਕਰੀਏ। ਜਾਂ ਤੇ ਗੁਰਤਾ ਪੋਟੇ ਉਦਾਰ। ਇਸ ਕਰਕੇ ਮੱਖਣ ਸ਼ਾਹ ਗੁਰਤਾ ਗੱਦੀ ਦੀ ਭਾਰੀ ਪੰਡ ਹੈ, ਤੂੰ ਤੇ ਕੱਲਾ ਇਹ ਵੇਖਦਾ ਵੀ ਅਸੀਂ ਪ੍ਰਗਟ ਹੋਈਏ। ਗੁਰਮੁਖੋ ਆਪਾਂ ਇਤਿਹਾਸ ਬੜੀ ਵਾਰ ਸਰਵਣ ਕੀਤਾ ਵੀ ਮੱਖਣ ਸ਼ਾਹ ਆਇਆ, ਉਸਨੇ ਮਹਾਰਾਜ ਨੂੰ ਪ੍ਰਗਟ ਕੀਤਾ ਤੇ ਪ੍ਰਗਟ ਹੋ ਗਿਆ। ਪਰ ਆ ਜਿਹੜੇ ਬਚਨ ਅਸੀਂ ਸਰਵਣ ਕਰਦੇ ਪਏ ਇਹ ਪਹਿਲਾਂ ਨਹੀਂ ਕਦੇ ਨਾ ਸੁਣੇ ਨਾ ਕਿਸੇ ਸੁਣਾਏ। ਸਤਿਗੁਰੂ ਕਹਿਣ ਲੱਗੇ ਤੂੰ ਕੇਵਲ ਇੰਨਾ ਵੇਖਣਾ ਚਾਹੁੰਦਾ ਵੀ ਅਸੀਂ ਗੁਰਤਾ ਗੱਦੀ ਤੇ ਬੈਠੀਏ, ਪਰ ਬੈਠਣ ਦੇ ਨਾਲ ਹੋਣਾ ਕੀ ਹੈ ਮੱਖਣ ਸ਼ਾਹ, ਇਹ ਵੀ ਤੇ ਸੋਚ। ਇਹ ਗੁਰਤਾ ਗੱਦੀ ਤੇ ਬੈਠਣਾ ਸੌਖਾ ਨਹੀਂ, ਭਾਰੀ ਪੰਡ ਹੈ ਜਿਹੜੀ ਸਾਨੂੰ ਚੁਕਾਉਣੀ ਚਾਹੁੰਦਾ ਹੈ। ਤੁਰਕ ਵਿਰੋਧੀ ਗੁਰ ਘਰ ਕੇਰੇ। ਤੇ ਦੂਜੀ ਗੱਲ ਇਹ ਹੈ, ਇਹ ਤੇ ਸਾਡੇ ਆਪਣਿਆਂ ਦੀ ਗੱਲ ਹੈ ਜਿਹੜੀ ਨਿਬੜ ਗਈ ਹੈ। ਹੁਣ ਇੱਕ ਵੱਡੀ ਗੱਲ ਹੋਰ ਵੀ ਹੈ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਦਾ ਇਸ ਟਾਈਮ ਰਾਜ ਹੈ ਤੇ ਉਹ ਮੁਗਲ ਗੁਰੂ ਘਰ ਦੇ ਨਾਲ ਈਰਖਾ ਕਰਦੇ ਪਏ। ਹੁਣ ਤੁਹਾਡੇ ਸਾਹਮਣੇ ਇਤਿਹਾਸ ਹੈ ਵੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਗੁਰੂ ਹਰਗੋਬਿੰਦ ਪਾਤਸ਼ਾਹ ਨਾਲ 4 ਜੰਗ ਕੀਤੇ ਗਏ, ਗੁਰੂ ਹਰਰਾਏ ਸਾਹਿਬ ਨੂੰ ਬਦੋ ਬਦੀ ਦਿੱਲੀ ਸੱਦਣਾ ਚਾਹੁੰਦੇ ਰਹੇ ਪਰ ਮਹਾਰਾਜ ਗਏ ਨਹੀਂ, ਅਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਦਿੱਲੀ ਬੁਲਾ ਕੇ ਹੀ ਉਹਨਾਂ ਨੇ ਸੁੱਖ ਦਾ ਸਾਹ ਲਿਆ। ਮਹਾਰਾਜ ਉਹ ਵੀ ਇੱਥੇ ਬਚਨ ਕਰਦੇ ਪਏ ਵੀ ਇਹ ਮੁਗਲ ਵੀ ਵੈਰ ਕਰਦੇ ਗੁਰੂ ਘਰ ਦੇ ਨਾਲ। ਕੇਵਲ ਇਹ ਨਾ ਵੇਖ ਵੀ ਗੁਰਤਾ ਗੱਦੀ ਤੇ ਬੈਠਣਾ, ਇਹ ਜ਼ਿੰਮੇਵਾਰੀਆਂ ਬਣ ਜਾਣਗੀਆਂ ਤੇ ਜ਼ਿੰਮੇਵਾਰੀਆਂ ਦੇ ਨਾਲ ਫਿਰ ਤਨ ਵੀ ਲਿਖੇ ਲੱਗੇਗਾ। ਇਹ ਮੁਗਲ ਵੀ ਇਸ ਵੇਲੇ, ਮੁਸਲਮਾਨ ਵੀ ਇਸ ਵੇਲੇ ਵੈਰ ਕਰਦੇ ਹਨ। ਆਪਣਾ ਜ਼ੋਰ ਜਨਾਏ ਵਡੇਰੇ। ਕਿਉਂਕਿ ਇਸ ਵੇਲੇ ਇਹਨਾਂ ਦੇ ਕੋਲ ਜ਼ੋਰ ਹੈ, ਇਹਨਾਂ ਦੇ ਕੋਲ ਬਲ ਹੈ, ਜਿਹੜਾ ਕਿ ਬਲ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਸੀ। ਉਸ ਬਲ ਨੂੰ ਇਸ ਵੇਲੇ ਅਜਮਾਉਂਦੇ ਪਏ, ਆਪਣੀ ਤਾਕਤ ਨੂੰ ਅਜਮਾਉਂਦੇ ਹਨ। ਕਰਾਮਾਤ ਚਾਹਤ ਹੈ ਦੇਖਾ। ਕਿਉਂਕਿ ਇਹ ਕਰਾਮਾਤ ਦੇਖਣੀ ਚਾਹੁੰਦੇ ਨੇ। ਔਰੰਗਜ਼ੇਬ ਬਾਦਸ਼ਾਹ ਸੀ ਦਿੱਲੀ ਦੇ ਤਖਤ ਤੇ ਬੈਠਾ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰਤਾ ਗੱਦੀ ਤੇ ਬੈਠਣਾ ਤੇ ਔਰੰਗਜ਼ੇਬ ਕਹਿੰਦਾ ਸੀ ਵੀ ਜਿਹੜਾ ਕੋਈ ਕਰਾਮਾਤ ਵਿਖਾਵੇਗਾ ਸਾਧੂ ਸੰਤ ਮਹਾਤਮਾ ਉਹਨੂੰ ਤੇ ਮੈਂ ਛੱਡ ਦੇਵਾਂਗਾ, ਪਰ ਜਿਹੜਾ ਨਹੀਂ ਵਿਖਾਵੇਗਾ ਉਹਨੂੰ ਕਤਲ ਕਰਾਂਗਾ। ਤੇ ਪਤਾ ਨਹੀਂ ਕਿੰਨੇ ਕੁ ਇਸਨੇ ਸਾਧੂ ਸੰਤ ਮਹਾਤਮਾ ਰੱਬ ਦਾ ਨਾਮ ਜਪਣ ਵਾਲੇ ਕਤਲ ਕੀਤੇ ਵੀ।
ਸਤਿਗੁਰੂ ਉਹ ਬਚਨ ਕਰ ਰਹੇ ਨੇ। ਔਰੰਗਜ਼ੇਬ ਨੇ ਫਿਰ ਕਰਾਮਾਤ ਵੇਖਣੀ ਹੈ, ਵੀ ਲਿਆਓ ਕਰਾਮਾਤ ਵਿਖਾਓ ਵੀ, ਤੇ ਜ਼ਿੰਮੇਵਾਰੀ ਬਣ ਜਾਣੀ ਹੈ ਨਾ ਸਾਡੀ ਗੁਰਤਾ ਗੱਦੀ ਤੇ ਬੈਠਾਂਗੇ। ਔਰੰਗਜ਼ੇਬ ਵੀ ਕਰਾਮਾਤਾਂ ਵੇਖਣੀਆਂ ਚਾਹੁੰਦਾ ਹੈ। ਉਹ ਦਿਖਰਾਵੇ ਬੁੱਧ ਵਿਸ਼ੇਖਾ, ਤੇ ਕਿਹੜਾ ਹੈ ਫਿਰ ਜਿਹੜਾ ਉਸ ਨੂੰ ਰੋਕੇਗਾ? ਉਹ ਦਿਖਰਾਵੇ ਬੁੱਧ ਵਿਸ਼ੇਖਾ ਕਿਹੜਾ ਹੈ? ਆਪਣੀ ਸ੍ਰੇਸ਼ਟ ਬੁੱਧੀ ਦਾ ਉੱਤੇ ਇਸਤੇਮਾਲ ਕਰੇ। ਨਟਕੀ ਭਾਂਤ ਆਪ ਦਿਖਰਾਵੇ। ਸੋ ਨਟਕੀ ਭਾਂਤ, ਨਟ ਕਹਿੰਦੇ ਬਾਜੀ ਪਾਉਣ ਵਾਲੇ, ਜਾਂ ਫਿਰ ਬਾਜੀ ਪਾਉਣ ਵਾਲੇ ਵਾਂਗ ਸਾਰਾ ਕੁਝ ਕਰਕੇ ਵਿਖਾਉਣਾ ਪਵੇਗਾ। ਹਰ ਦਰਗਹਿ ਕੇ ਮੁਖ ਦਿਖਰਾਵੇ। ਮਹਾਰਾਜ ਕਹਿਣ ਲੱਗੇ ਬਾਜੀਗਰ ਵਾਂਗ, ਵਿਖਾਵੇ ਦੇ ਵਾਂਗ ਮੰਨ ਲਓ ਅਸੀਂ ਕਰਾਮਾਤ ਵਿਖਾ ਵੀ ਦੇਵਾਂਗੇ ਮੱਖਣ ਸ਼ਾਹ, ਪਰ ਜਦੋਂ ਰੱਬ ਦੀ ਦਰਗਾਹ ਵਿੱਚ ਜਾਵਾਂਗੇ, ਰੱਬ ਦੇ ਘਰੇ ਜਾਵਾਂਗੇ, ਉਦੋਂ ਕੀ ਮੂੰਹ ਵਿਖਾਵਾਂਗੇ, ਕੀ ਆਖਾਂਗੇ? ਦਸਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਨਾਟਕ ਚੇਟਕ ਕਰਾਮਾਤਾਂ ਕਰ ਕਰਕੇ ਵਿਖਾਉਣੀਆਂ ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ। ਰੱਬ ਦੇ ਪਿਆਰਿਆਂ ਨੂੰ ਇਸ ਗੱਲ ਤੋਂ ਸ਼ਰਮ ਆਉਂਦੀ ਹੈ, ਸ਼ਰਮ ਮੰਨਦੇ ਨੇ ਇਸ ਗੱਲ ਦੀ, ਤਾਂ ਉਹ ਕਰਾਮਾਤ ਦਾ ਇਸਤੇਮਾਲ ਨਹੀਂ ਕਰਦੇ। ਮਹਾਰਾਜ ਕਹਿਣ ਲੱਗੇ ਵੀ ਜੇ ਔਰੰਗਜ਼ੇਬ ਨੂੰ ਕਰਾਮਾਤ ਨਾ ਵਿਖਾਈ ਤਾਂ ਵੀ ਵੈਰ ਹੈ, ਜੇ ਵਿਖਾ ਦਿੱਤੀ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਦੋਂ ਜਾਣਾ ਫਿਰ ਅਸੀਂ ਕੀ ਉੱਥੇ ਜਾ ਕੇ ਆਖਾਂਗੇ? ਇਸ ਕਰਕੇ ਇਹ ਦੋਵੇਂ ਗੱਲਾਂ ਜਿਹੜੀਆਂ ਦੋਵੇਂ ਗੱਲਾਂ ਜਿਹੜੀਆਂ ਹਨ ਉਹ ਅਨਮਨ ਹਨ। ਨਹਿ ਸੰਤਨ ਮੈਂ ਐਸੀ ਬਾਤ, ਕਿਉਂਕਿ ਸਾਧੂਆਂ ਦੇ ਵਿੱਚ ਇਹ ਗੱਲ ਨਹੀਂ ਹੁੰਦੀ। ਸਾਧੂ ਜਿਹੜੇ ਨੇ ਉਹ ਆਪਣੀ ਕਰਾਮਾਤ ਨੂੰ ਕਦੇ ਦਿਖਾਉਂਦੇ ਨਹੀਂ, ਛੁਪਾ ਕੇ ਰੱਖਦੇ ਹਨ। ਜਿਸ ਕੇ ਸਦਾ ਬਸਤ ਚਿਤ ਸ਼ਾਂਤ, ਕਿਉਂਕਿ ਸਾਧੂਆਂ ਦਾ ਮਨ ਸ਼ਾਂਤ ਰਹਿੰਦਾ ਹਰ ਵੇਲੇ। ਸ਼ਰਮੰਦ ਫਕੀਰ ਨੂੰ ਆਖਿਆ ਸੀ ਨਾ ਔਰੰਗਜ਼ੇਬ ਨੇ ਵੀ ਕਰਾਮਾਤ ਵਿਖਾ, ਕਹਿਣ ਲੱਗਾ ਕਰਾਮਾਤਾਂ ਹੈਗੀਆਂ ਤੇ ਬੜੀਆਂ, ਪਰ ਵਿਖਾਵਾਂਗਾ। ਯਤਨ ਔਰੰਗਜ਼ੇਬ ਨੇ ਬੜਾ ਕੀਤਾ, ਪਰ ਸ਼ਰਮੰਦ ਨੇ ਕਰਾਮਾਤ ਵਿਖਾਈ ਨਹੀਂ। ਅਖੀਰ ਵਿੱਚ ਉਸ ਨੂੰ ਕਤਲ ਕਰ ਦਿੱਤਾ। ਸਾਧੂ ਜਿਹੜੇ ਹੁੰਦੇ ਨੇ ਸ਼ਾਂਤ ਚਿੱਤ ਹੁੰਦੇ ਨੇ, ਦੁਨੀਆਦਾਰੀ ਨਾਲ ਉਹਨਾਂ ਦਾ ਕੋਈ ਬਹੁਤਾ ਲਾਕਾ ਦੇਕਾ ਨਹੀਂ, ਤੇ ਸ਼ਾਂਤ ਚਿੱਤ ਵਾਲਿਆਂ ਨੂੰ ਦੁਖੀ ਕਰਨਾ ਬੜਾ ਵੱਡਾ ਗੁਨਾਹ ਹੈ। ਗੁਰਤਾ ਫੋਟ ਇਸੀ ਤੇ ਭਾਰੀ। ਇਸ ਕਰਕੇ ਮੱਖਣ ਸ਼ਾਹ ਤੂੰ ਬਾਰ-ਬਾਰ ਸਾਨੂੰ ਕਹਿੰਦਾ, ਮਹਾਰਾਜ ਗੁਰਤਾ ਗੱਦੀ ਤੇ ਬੈਠੋ, ਗੁਰਤਾ ਗੱਦੀ ਤੇ ਬੈਠੋ, ਸੰਗਤ ਨੂੰ ਦਰਸ਼ਨ ਦਿਓ, ਪਰ ਇਧਰ ਗੱਲਾਂ ਜਿਹੜੀਆਂ ਅਸੀਂ ਕਹਿੰਦੇ ਪਏ ਆ ਇਹ ਵੀ ਸੁਣ ਧਿਆਨ ਦੇ ਨਾਲ। ਇਹ ਭਾਰੀ ਗੱਲਾਂ ਨੇ, ਗੁਰਤਾ ਗੱਦੀ ਦੀ ਪੰਡ ਬੜੀ ਭਾਰੀ ਹੈ ਮੱਖਣ ਸ਼ਾਹ। ਇਹ ਸਾਰਾ ਕੁਝ ਕਰਨਾ ਪਵੇਗਾ, ਔਰੰਗਜ਼ੇਬ ਨੂੰ ਜਵਾਬ ਦੇਣਾ ਪਵੇਗਾ, ਅਤੇ ਸੰਗਤ ਨੂੰ ਨਿਹਾਲ ਕਰਨਾ ਪਵੇਗਾ। ਉਹਦੇ ਵਾਸਤੇ ਤਨ ਵੀ ਲੇਖੇ ਲਾਉਣਾ ਪਵੇਗਾ, ਸੋਢੀਆਂ ਦਾ ਵੈਰ ਵੀ ਝੱਲਣਾ ਪਵੇਗਾ। ਬੜਾ ਕੁਝ ਹੋ ਸਕਦਾ ਹੈ। ਇਸ ਕਰਕੇ ਗੁਰਤਾ ਗੱਦੀ ਦੀ ਪੰਡ ਕੋਈ ਹੌਲੀ ਨਹੀਂ ਹੈ। ਵੱਡ ਸਮਰੱਥ ਜੁਤ ਸਕੈ ਸਹਾਰੀ, ਜਿਹੜਾ ਵੱਡਾ ਕੋਈ ਸਮਰੱਥ ਹੋਵੇਗਾ ਨਾ ਉਹ ਇਸ ਗੁਰਤਾ ਗੱਦੀ ਦੇ ਭਾਰ ਨੂੰ ਚੁੱਕੇਗਾ। ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। 22 ਗੁਰੂ ਬਾਹਰ ਬੈਠੇ ਤੇ ਹੈਗੇ ਨੇ ਗੁਰੂ ਬਣਨ ਦੀ ਲਾਲਸਾ ਰੱਖ ਕੇ, ਪਰ ਇਹ ਗੁਰੂ ਬੰਨਾ, ਇਸ ਗੁਰਤਾ ਗੱਦੀ ਦੇ ਬਲ ਨੂੰ ਸਹਾਰ ਲੈਣਾ ਨਿੱਕੀ ਗੱਲ ਨਹੀਂ ਹੈ, ਬੜੀ ਵੱਡੀ ਗੱਲ ਹੈ। ਕੋਈ ਯੋਧਾ ਹੀ ਹੋਵੇਗਾ, ਕੋਈ ਮਹਾਂਪੁਰਖ ਹੀ ਹੋਵੇਗਾ ਜਿਹੜਾ ਇਸ ਗੁਰਤਾ ਗੱਦੀ ਦੇ ਬਲ ਨੂੰ ਸਹਿ ਸਕਦਾ ਹੈ। ਪ੍ਰਗਟੈ ਤੋ ਕੁਝ ਕੋ ਕਿਆ ਹੋਏ। ਮਹਾਰਾਜ ਕਹਿਣ ਲੱਗੇ ਦੂਜੀ ਗੱਲ ਇਹ ਦੱਸ, ਮੰਨ ਲਓ ਵੀ ਅਸੀਂ ਪ੍ਰਗਟ ਹੋ ਜਾਂਦੇ ਤੇ ਤੈਨੂੰ ਕੀ ਮਿਲੇਗਾ? ਤੈਨੂੰ ਕੀ ਲਾਭ ਹੋਵੇਗਾ? ਤੈਨੂੰ ਤੇ ਪਤਾ ਲੱਗ ਗਿਆ ਨਾ ਵੀ ਅਸੀਂ ਗੁਰੂ ਆ, ਤੈਨੂੰ ਇਹ ਵੀ ਪਤਾ ਲੱਗ ਗਿਆ ਵੀ ਤੇਰੇ ਜਹਾਜ਼ ਨੂੰ ਬੁੱਢਾ ਲਾਇਆ। ਤੂੰ ਜੋ ਚਾਹੁੰਦਾ ਸੀ ਉਹ ਹੋ ਗਿਆ, ਤੈਨੂੰ ਦਰਸ਼ਨ ਵੀ ਦੇ ਦਿੱਤੇ, ਤੇਰੇ ਨਾਲ ਬਚਨ ਵਿਲਾਸ ਵੀ ਕਰ ਲੈ। ਜੇ ਅਸੀਂ ਬਾਹਰ ਪ੍ਰਗਟ ਹੋ ਕੇ ਬੈਠਾਂਗੇ, ਹੋਣਾ ਉਦੋਂ ਵੀ ਇਹੋ ਕੁਝ ਹੀ ਹੈ। ਉਹ ਜੋ ਕੁਛ ਆਪਣੇ ਕੋਲ ਇੱਥੇ ਅੰਦਰ ਆਪਾਂ ਕਰ ਲਿਆ, ਇਹੋ ਕੁਝ ਹੀ ਬਾਹਰ ਨਿਕਲ ਕੇ ਕਰਨਾ। ਤੈਨੂੰ ਹੋਰ ਇਹ ਤੋਂ ਗਾਂ ਅੱਗੇ ਕੀ ਲਾਭ ਹੈ? ਅੱਗੋਂ ਦੱਸ ਵੀ ਤੈਨੂੰ ਇਹ ਤੋਂ ਅੱਗੇ ਕੋਈ ਜ਼ਿਆਦਾ ਫਾਇਦਾ ਦਿਸਦਾ? ਤੈਨੂੰ ਕੀ ਲਾਭ ਹੈ ਸਾਡੇ ਪ੍ਰਗਟ ਕਰਨ ਦਾ? ਤੂੰ ਕਿਉਂ ਸਾਨੂੰ ਪ੍ਰਗਟ ਕਰਨਾ ਚਾਹੁੰਦਾ ਹੈ? ਪੂਰ ਮਨੋਰਥ ਭਇਓ ਸੁਜੋਏ। ਮਹਾਰਾਜ ਕਹਿਣ ਲੱਗੇ ਜਿਹੜੇ ਤੇਰੇ ਮਨ ਦੀ ਇੱਛਾ ਸੀ ਉਹ ਤੇ ਪੂਰੀ ਕਰ ਦਿੱਤੀ। ਤੂੰ ਘਰੋਂ ਚੱਲਿਆ ਸੀ ਦਰਸ਼ਨ ਕਰਨ ਵਾਸਤੇ, ਤੂੰ ਇੱਥੇ ਆ ਕੇ ਸੋਚਿਆ ਵੀ ਮੈਂ 500 ਮੋਹਰ ਉਹਨੂੰ ਦੇਵਾਂਗਾ ਜਿਹੜਾ ਮੈਨੂੰ ਪਿਛਲੀ ਗੱਲ ਦੱਸੇ ਵੀ ਮੇਰਾ ਜਹਾਜ਼ ਕਿਵੇਂ ਬੰਨੇ ਲੱਗਾ, ਤੇ 500 ਮੋਹਰ ਮੰਗ ਕੇ ਲਵੇ। ਉਹ ਤੇਰਾ ਮਨੋਰਥ ਸੀ, ਤੇਰੀ ਇੱਛਾ ਸੀ, ਉਹ ਅਸੀਂ ਪੂਰੀ ਕਰ ਦਿੱਤੀ। ਜਹਾਜ਼ ਦੀ ਗੱਲ ਵੀ ਤੈਨੂੰ ਸੁਣਾ ਦਿੱਤੀ, 500 ਮੋਹਰ ਵੀ ਮੰਗ ਲਈ ਹੈ।
ਜੋ ਤੂੰ ਮਨ ਵਿੱਚ ਸੋਚਿਆ ਸੀ ਮੁਰਾਦ ਤੇਰੀ ਪੂਰੀ ਹੋ ਗਈ ਹੈ। ਹੁਣ ਤੂੰ ਕੀ ਲੈਣਾ ਵੀ ਅਸੀਂ ਪ੍ਰਗਟ ਹੋਈਏ ਤੇ ਭਾਵੇਂ ਨਾ ਹੋਈਏ, ਇਹਦੇ ਵਿੱਚ ਤੇਰਾ ਕੀ ਲਾਭ ਹੈ। ਦਰਸ਼ਨ ਕਰੇ ਉਪਾਇਨ ਦੀਨ। ਤੂੰ ਦਰਸ਼ਨ ਵੀ ਕਰ ਲੈਣੇ, 500 ਮੋਹਰ ਭੇਟਾ ਵੀ ਦੇ ਦਿੱਤੀ ਹੈ, ਜੋ ਤੂੰ ਕਰਨਾ ਉਹ ਤੂੰ ਕਰ ਦਿੱਤਾ ਹੈ। ਸਿੱਖੀ ਕੋ ਨਿਰਵਾਹਨ ਕੀਨ। ਇਸ ਕਰਕੇ ਸਿੱਖੀ ਦੀ ਨਿਰਵੈਤਾ ਕਰ, ਸਿੱਖੀ ਨੂੰ ਨਿਭਾ, ਆਪਣੇ ਘਰ ਜਾ ਕੇ ਰੱਬ ਦਾ ਨਾਮ ਜਪ, ਗੁਰਬਾਣੀ ਪੜਿਆ ਕਰ, ਤੇਰਾ ਭਲਾ ਹੋ ਜਾਣਾ ਹੈ। ਔਰੇ ਆਪਣੋ ਕਲਿਆਣ ਵਿਚਾਰ। ਆਪਣਾ ਕਲਿਆਣ ਕਰ। ਮੱਖਣ ਸ਼ਾਹ ਤੂੰ ਕੀ ਲੈਣਾ ਇਸ ਗੱਲ ਤੋਂ ਵੀ ਅਸੀਂ ਗੁਰਤਾ ਗੱਦੀ ਤੇ ਬੈਠੀਏ ਤੇ ਭਾਵੇਂ ਨਾ ਬੈਠੀਏ, ਪ੍ਰਗਟ ਹੋਈਏ ਤੇ ਭਾਵੇਂ ਨਾ ਹੋਈਏ, ਇਹ ਗੱਲਾਂ ਛੱਡ ਪਰੇ ਕਰ। ਤੂੰ ਆਪਣਾ ਭਲਾ ਕਰ। ਤੈਨੂੰ ਦਰਸ਼ਨ ਦਿੱਤੇ ਨੇ, ਬਾਣੀ ਤੈਨੂੰ ਪੜ੍ਹਨੀ ਆਉਂਦੀ ਹੈ, ਬਾਣੀ ਪੜ੍ਹ ਤੇ ਜੀਵਨ ਸਫਲਾ ਕਰ। ਗਮਨੋ ਆਪਣੇ ਦੇਸ਼ ਮਝਾਰ। ਆਪਣੇ ਦੇਸ਼ ਚਲੇ ਜਾ, ਆਪਣੇ ਇਲਾਕੇ ਵਿੱਚ ਚਲੇ ਜਾ, ਆਪਣੇ ਪਿੰਡ ਚਲੇ ਜਾ। ਮੱਖਣ ਸ਼ਾਹ ਹੁਣ ਤੇਰਾ ਬਾਬੇ ਬਕਾਲੇ ਰਹਿਣਾ ਠੀਕ ਨਹੀਂ, ਤੇ ਨਾ ਸਾਨੂੰ ਤੂੰ ਵਾਰ-ਵਾਰ ਪ੍ਰਗਟ ਹੋਣ ਵਾਸਤੇ ਆਖ। ਇਹ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ। ਮੱਖਣ ਸ਼ਾਹ ਸਾਹਮਣੇ ਬੈਠਾ ਮਹਾਰਾਜ ਜੀਆਂ ਦੇ, ਤੇ ਸਤਿਗੁਰੂ ਇਹ ਬਚਨ ਕਹਿੰਦੇ ਪਏ ਹਨ। ਸੁਣ ਮੱਖਣ ਦਵੈ ਹਾਤਨ ਬੰਦ। ਜਦੋਂ ਮੱਖਣ ਸ਼ਾਹ ਨੇ ਸੁਣੇ ਨਾ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ, ਜਿੰਨੇ ਆਪਾਂ ਸਰਵਣ ਕੀਤੇ ਵੀ ਸੋਢੀਆਂ ਨਾਲ ਵੈਰ ਪੈ ਜਾਣਾ, ਬਾਦਸ਼ਾਹ ਔਰੰਗਜ਼ੇਬ ਨਾਲ ਪਹਿਲਾਂ ਹੀ ਵੈਰ ਹੈ, ਗੁਰੂ ਘਰ ਦੇ ਨਾਲ ਵੈਰ ਕਰਦਾ ਹੈ, ਸਾਧੂ ਸੰਤਾਂ ਨਾਲ ਵੈਰ ਕਰਦਾ ਹੈ, ਕਰਾਮਾਤ ਨੂੰ ਵੇਖਣੀ ਚਾਹੁੰਦਾ, ਇਹ ਸਾਰੇ ਬਚਨ ਸੁਣ ਲੈਣ। ਤੇ ਸੁਣ ਕੇ ਉਸ ਵੇਲੇ ਮੱਖਣ ਸ਼ਾਹ ਨੇ ਦੋਵੇਂ ਹੱਥ ਜੋੜ ਕੇ ਆਖਿਆ, ਮਹਾਰਾਜ ਤੁਸੀਂ ਤੇ ਕਹਿ ਦਿੱਤੇ ਤੇ ਮੈਂ ਸੁਣ ਲੈ, ਹੁਣ ਜੋ ਮੈਂ ਕਹਿਣ ਲੱਗਾ ਕਿਰਪਾ ਕਰਕੇ ਤੁਸੀਂ ਸੁਣੋ। ਜਿਹੜਾ ਤੁਸੀਂ ਆਖਿਆ ਨਾ ਵੀ ਮੈਨੂੰ ਕੀ ਲਾਭ ਹੈ ਤੁਹਾਡੇ ਗੁਰਤਾ ਗੱਦੀ ਦੇ ਬੈਠਣ ਦਾ, ਉਹ ਫਿਰ ਮੈਂ ਬੇਨਤੀ ਕਰਦਾ ਹਾਂ। ਸਾਹਿਤ ਨਮਰਤਾ ਬਿਨੈ ਬਿਲੰਦ। ਬੜੀ ਨਿਮਰਤਾ ਦੇ ਨਾਲ, ਮਨ ਨੀਵਾਂ ਕਰਕੇ, ਬੜੀ ਭਾਵਨਾ ਦੇ ਨਾਲ ਇਸ ਤਰ੍ਹਾਂ ਕਹਿੰਦਾ ਹੈ। ਸੰਗਤ ਸਗਰੀ ਹਿਤ ਉਪਕਾਰੀ। ਮਹਾਰਾਜ ਜੀ ਤੁਸੀਂ ਆਖਦੇ ਹੋ ਵੀ ਮੈਨੂੰ ਕੀ ਮਿਲਣਾ, ਜਦੋਂ ਮੈਂ ਇੰਨੀਆਂ ਸੰਗਤਾਂ ਵਿੱਚ ਤੁਹਾਨੂੰ ਪ੍ਰਗਟ ਕਰਾਂਗਾ, ਸੰਗਤਾਂ ਪੂਰੇ ਗੁਰੂ ਦੇ ਨਾਲ ਜੁੜਨਗੀਆਂ, ਮੱਥਾ ਟੇਕਣਗੀਆਂ, ਤੇ ਇਹਦੇ ਤੋਂ ਵੱਡਾ ਪਰਉਪਕਾਰ ਕੋਈ ਹੋ ਸਕਦਾ। ਤੁਹਾਡੀ ਗੁਰਬਾਣੀ ਵਿੱਚ ਇਹ ਬਚਨ ਲਿਖਿਆ ਵੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ। ਜਿਹੜਾ ਪਰਉਪਕਾਰ ਕਰਦਾ ਉਹ ਤੇ ਰੱਬ ਦਾ ਜਨ ਹੈ, ਰੱਬ ਦਾ ਭਗਤ ਹੈ, ਤੇ ਮੈਂ ਭਗਤ ਬਣਨ ਤੋਂ ਪਿੱਛੇ ਕਿਵੇਂ ਰਵਾਂ। ਜੇ ਮੈਂ ਗੁਰੂ ਨੂੰ ਪ੍ਰਗਟ ਕਰਾਂਗਾ, ਸੰਗਤਾਂ ਨੂੰ ਜੋੜਾਂਗਾ, ਮਿਲਾਂਗਾ, ਤੇ ਇਹਦੇ ਵਿੱਚ ਪਰਉਪਕਾਰ ਹੀ ਹੋਵੇਗਾ ਨਾ। ਜੇ ਸੰਗਤ ਦਾ ਪਰਉਪਕਾਰ ਹੋਵੇਗਾ ਤੇ ਸੰਗਤ ਦੀ ਅਸੀਸ ਨਾਲ ਮੇਰਾ ਭਲਾ ਹੋਵੇਗਾ। ਇਹ ਤੇ ਪਹਿਲਾ ਉਹ ਬਚਨ ਹੈ ਜਿਹੜਾ ਤੁਸੀਂ ਆਖਿਆ ਵੀ ਮੈਨੂੰ ਕੀ ਫਾਇਦਾ ਹੈ, ਮੈਨੂੰ ਲਾਭ ਇਹ ਹੈ ਵੀ ਪਰਉਪਕਾਰ ਕਰਨਾ ਹੈ। ਮਧੁਰ ਸੁਲਸ਼ਨ ਗਿਰਾ ਉਚਾਰੀ। ਤੇ ਉਸ ਵੇਲੇ ਬੜੀ ਮਿੱਠੀ ਜ਼ੁਬਾਨ ਦੇ ਨਾਲ ਇਹ ਬਚਨ ਆਖੇ ਹਨ। ਸ੍ਰੀ ਹਰਿ ਕ੍ਰਿਸ਼ਨ ਬਾਕ ਕੋ ਹਰਿ ਕੈ। ਮਹਾਰਾਜ ਦੂਜੀ ਗੱਲ ਇਹ ਹੈ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਬਚਨ ਚੇਤੇ ਕਰੋ। ਉਹਨਾਂ ਨੇ ਵੀ ਬਚਨ ਕੀਤੇ ਨੇ, ਉਹਨਾਂ ਦੇ ਬਚਨ ਹਨ। ਇਸ ਬਲ ਹੀ ਪਰ ਨਿਸ਼ਚਾ ਕਰਕੇ। ਸੋ ਇਸ ਥਲ ਹੀ ਪਰ ਨਿਸ਼ਚਾ, ਥਲ ਨਾਮ ਧਰਤੀ ਦਾ। ਉਹਨਾਂ ਦੇ ਬਚਨ ਸਨ ਦਿੱਲੀ ਵਿਖੇ ਬਾਬਾ ਬਸੇ ਗ੍ਰਾਮ ਬਕਾਲੇ, ਵੀ ਗੁਰੂ ਜਿਹੜਾ ਬਾਬੇ ਬਕਾਲੇ ਦੀ ਧਰਤੀ ਹੈ। ਤੇ ਮੈਂ ਕੱਲੀ ਇੰਨੀ ਗੱਲ ਦਾ ਮੈਨੂੰ ਪਤਾ ਸੀ ਕਿ ਗੁਰੂ ਬਾਬੇ ਬਕਾਲੇ ਹੈ, ਇਦੋਂ ਗਾਂ ਨਿਸ਼ਾਨੀ ਕੋਈ ਨਹੀਂ ਦੱਸੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ। ਮੈਂ ਕੇਵਲ ਕੱਲੀ ਗੱਲ ਤੇ ਯਕੀਨ ਕਰਕੇ ਇੱਥੇ ਬੈਠ ਗਿਆ ਵੀ ਗੁਰੂ ਪ੍ਰਗਟ ਇੱਥੋਂ ਹੋਣਾ, ਦੂਜੀ ਥਾਂ ਕੋਈ ਹੋ ਨਹੀਂ ਸਕਦੀ। ਇਸ ਬਚਨ ਦੇ ਉੱਪਰ ਭਰੋਸਾ ਕਰਕੇ ਆਵੇਂ ਸਿੱਖ ਉਪਾਇਨ ਦੇ। ਮਹਾਰਾਜ ਮੇਰੀ ਨਹੀਂ ਕੱਲੇ ਦੀ ਗੱਲ, ਮਾੜਾ ਜਿਹਾ ਬਾਹਰ ਨਿਕਲ ਕੇ ਵੇਖੋ, ਹਜ਼ਾਰਾਂ ਸੰਗਤਾਂ ਬਾਬੇ ਬਕਾਲੇ ਦੇ ਚਾਰ ਚੁਫੇਰੇ ਤੰਬੂ ਲਾ ਕੇ ਬੈਠੀਆਂ ਹੋਈਆਂ ਨੇ। ਸਾਰਿਆਂ ਨੂੰ ਇਸ ਗੱਲ ਦਾ ਯਕੀਨ ਹੈ ਵੀ ਗੁਰੂ ਬਾਬੇ ਬਕਾਲੇ ਹੈ। ਮਹਾਰਾਜ ਉਹ ਵੀ ਤੇ ਇੰਤਜ਼ਾਰ ਕਰਦੇ ਪਏ, ਉਡੀਕਦੇ ਪਏ ਹਨ। ਰਹਿਤ ਹਿਰਦੈ ਮਹਿ ਮਹਿਦ ਸੰਦੇਹ। ਮਹਾਰਾਜ ਉਹਨਾਂ ਦੇ ਮਨ ਵਿੱਚ ਵੀ ਸ਼ੰਕਾ ਰਹੇਗਾ, ਭਰਮ ਰਹੇਗਾ। ਕਾਹਦੇ ਤੇ? ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਬਚਨਾਂ ਤੇ ਸ਼ੰਕਾ ਆ ਜਾਏਗਾ ਵੀ 8ਵੇਂ ਗੁਰੂ ਨੇ ਆਖਿਆ ਸੀ ਵੀ ਨਾਵਾਂ ਗੁਰੂ ਜਿਹੜਾ ਬਾਬੇ ਬਕਾਲੇ ਦੀ ਧਰਤੀ ਤੇ ਹੈ, ਤੁਸੀਂ ਪ੍ਰਗਟ ਨਾ ਹੋਏ ਸੰਗਤ ਵਿੱਚ ਇਹ ਭਰਮ ਨਹੀਂ ਪਵੇਗਾ, ਇਹ ਸ਼ੱਕ ਨਹੀਂ ਪਏਗਾ, ਇਹ ਵਹਿਮ ਨਹੀਂ ਪੈ ਜਾਵੇਗਾ ਵੀ 8ਵੇਂ ਗੁਰੂ ਦੇ ਬਚਨ ਝੂਠੇ ਹੋ ਗਏ। ਇਹ ਸੰਸਾ ਪੈਦਾ ਹੋ ਜਾਣਾ ਸੰਗਤ ਮਨ ਵਿੱਚ ਵੀ ਗੁਰੂ ਤੇ ਪ੍ਰਗਟ ਹੋਇਆ ਕੋਈ ਨਹੀਂ ਤੇ 8ਵੇਂ ਪਾਤਸ਼ਾਹ ਦੇ ਬਚਨ ਝੂਠੇ ਨੇ। ਇਹ ਸੰਦੇਹ ਰਹਿ ਜਾਣਾ ਹੈ। ਕਰੇ ਕਾਮਨਾ ਤਿਨ ਤੇ ਕੋਈ। ਤੇ ਮਹਾਰਾਜ ਫਿਰ ਕਿਵੇਂ ਕੋਈ ਕਾਮਨਾ ਕਰੇਗਾ? ਭਾਵ ਇਹ ਜਿਹੜੇ ਸੋਢੀ ਨੇ ਇਹਨਾਂ ਨੇ ਆਖਣਾ ਵੀ ਜਿਹੜੇ ਗੁਰੂ ਵੱਲ ਇਸ਼ਾਰਾ ਕੀਤਾ ਉਹ ਗੁਰੂ ਮੈਂ ਆ। ਜਿਹੜੇ 22 ਗੁਰੂ ਬਾਹਰ ਬੈਠੇ ਨੇ ਉਹਨਾਂ ਨੇ ਕਹਿਣਾ ਗੁਰੂ ਅਸੀਂ ਉਹੀ ਆ ਜਿਨ੍ਹਾਂ ਵੱਲ ਇਸ਼ਾਰਾ ਗੁਰੂ ਹਰਿਕ੍ਰਿਸ਼ਨ ਨੇ ਕੀਤਾ।
ਤੇ ਸੰਗਤਾਂ ਵਿਚਾਰੀਆਂ ਫਿਰ ਇਹਨਾਂ ਕੋਲ ਠੱਗੀਆਂ ਜਾਣਗੀਆਂ। हृदय शुद्ध जे लह न सोई, ਮਹਾਰਾਜ ਜੀ ਦਾ ਹਿਰਦਾ ਸ਼ੁੱਧ ਹੀ ਨਾ ਹੋਇਆ ਤਾਂ ਉਹਨੇ ਕੀ ਕਰਨਾ ਹੈ। तर्क करें अपने मन माही, ਤੇ ਸੰਗਤਾਂ ਦੇ ਮਨ ਵਿੱਚ ਮਹਾਰਾਜ ਤਰਕ ਰਹਿ ਜਾਣੀ ਹੈ। ਕੱਚਿਆਂ ਗੁਰੂਆਂ ਦੇ ਕੋਲੋਂ ਪੱਕੇ ਵਾਲੀ ਬਖਸ਼ਿਸ਼ ਨਹੀਂ ਹੋਣੀ। ਕੱਚੇ ਗੁਰੂ ਨੇ ਉਹ ਪੱਕੇ ਵਾਲੀ ਮਿਹਰ ਨਹੀਂ ਕਰ ਸਕਦੇ। ਤੇ ਮਹਾਰਾਜ ਜੇ ਮਿਹਰ ਨਹੀਂ ਕਰਨਗੇ ਤੇ ਸੰਗਤ ਦੇ ਮਨ ਵਿੱਚ ਭਰਮ ਰਹਿਣਾ। ਇਹਨਾਂ ਦੇ ਕੰਮ ਵੇਖ ਕੇ, ਇਹਨਾਂ ਦੇ ਪਖੰਡ ਵੇਖ ਕੇ ਸੰਗਤ ਦੇ ਮਨ ਵਿੱਚ ਸ਼ੰਕਾ ਰਹਿਣਾ ਹੈ। शरदा सुखद धरै तब नाही, ਤੇ ਮਹਾਰਾਜ ਫਿਰ ਸੰਗਤ ਦੇ ਮਨ ਵਿੱਚ ਸੁਖ ਵੀ ਨਹੀਂ ਰਹਿਣਾ ਔਰ ਸ਼ਰਧਾ ਵੀ ਨਹੀਂ ਰਹਿਣੀ। ਸੰਗਤਾਂ ਨੇ ਕਹਿਣਾ ਵੀ ਹੁਣ ਬਾਈਆਂ ਵਿੱਚੋਂ ਪਤਾ ਨਹੀਂ ਕਿਹੜਾ ਪੂਰਾ ਗੁਰੂ ਹੈ ਤੇ ਕਿਹੜਾ ਅਧੂਰਾ। ਇਸ ਗੱਲ ਦਾ ਸੰਗਤ ਦੇ ਮਨ ਵਿੱਚ ਤਰਕ ਪੈਦਾ ਹੋ ਜਾਣਾ ਹੈ। महिमा सिखी की होए हौरी, ਮਹਾਰਾਜ ਸਿੱਖੀ ਦੀ ਮਹਿਮਾ ਹੋ ਰਹੀ ਹੋ ਜਾਣੀ ਹੈ। ਥੋੜੀ ਮਹਿਮਾ ਹੋ ਜਾਣੀ ਹੈ ਸਿੱਖੀ ਦੀ। ਲੋਕਾਂ ਨੇ ਸਿੱਖੀ ਨਾਲੋਂ ਟੁੱਟ ਜਾਣਾ। ਸਿੱਖ ਬੰਨੋ ਹੀ ਲੋਕਾਂ ਨੇ ਹਟ ਜਾਣਾ ਵੀ ਮੰਨੀਏ ਤੇ ਕਿਹਨੂੰ ਮੰਨੀਏ। ਗੁਰੂ ਤੇ ਬਾਈ ਬੈਠੇ ਨੇ, ਬਾਈਆਂ ਵਿੱਚੋਂ ਪੂਰਾ ਪਤਾ ਨਹੀਂ ਕਿਹੜਾ ਅਧੂਰਾ ਕਿਹੜਾ ਹੈ। ਮਹਿਮਾ ਘਟ ਜਾਏਗੀ। ਮਹਿਮਾ ਘਟਣ ਦੇ ਨਾਲ ਸਿੱਖਾਂ ਦੀ ਗਿਣਤੀ ਘਟ ਜਾਣੀ ਹੈ। सब सिर मोर बड़ी बड़ गौरी, ਮਹਾਰਾਜ ਇਹ ਸਾਰਿਆਂ ਤੋਂ ਸ਼੍ਰੋਮਣੀ ਤੇ ਸਾਰਿਆਂ ਤੋਂ ਭਾਰੀ ਹੈ ਗੁਰਤਾ ਗੱਦੀ ਜਿਸ ਦੇ ਉੱਪਰ ਬੈਠਣਾ ਹੈ। इसको आप बधावन करिए, ਮਹਾਰਾਜ ਗੁਰਤਾ ਗੱਦੀ ਦੀ ਸ਼ੋਭਾ ਬੜੀ ਹੈ ਤੇ ਤੁਹਾਡੇ ਵਰਗਾ ਜੇ ਗੁਰੂ ਬੈਠੇਗਾ ਤੇ ਇਹਦੀ ਸ਼ੋਭਾ ਹੋਰ ਵੀ ਵੱਧ ਜਾਏਗੀ। ਚਾਰ ਚਾਂਦੀ ਲੱਗ ਜਾਣਗੇ। ਮਹਾਰਾਜ ਬੈਠੋ ਨਾ ਫਿਰ ਗੁਰਤਾ ਗੱਦੀ ਤੇ, ਸਿੱਖਾਂ ਦੇ ਮਨ ਦੇ ਭਰਮ ਦੂਰ ਹੋ ਜਾਣਗੇ ਅਤੇ ਤੁਸੀਂ ਇਸ ਗੁਰਤਾ ਗੱਦੀ ਨੂੰ ਚਾਰ ਚੰਨ ਲਾ ਦੇ। ਆਪ ਜੀ ਬੈਠਣਾ ਕਰੋ। यहाँ ते बिद तन के अनुसरिए, ਮਹਾਰਾਜ ਇਹ ਹੁਣ ਬਹਾਨੇ ਨਾ ਨਿੱਕੇ ਨਿੱਕੇ ਲਾਓ ਵੀ ਸੋਢੀ ਵੈਰ ਕਰਨਗੇ, ਉਹ ਰੰਗਜੇਬ ਵੈਰ ਕਰੇਗਾ, ਲੋਕ ਕੀ ਆਖਣਗੇ। ਇਹ ਤੇ ਬਹਾਨਾ ਹੈ। ਇਹਨਾਂ ਬਹਾਨਿਆਂ ਨੂੰ ਛੱਡ ਕੇ ਬੈਠੋ ਗੁਰਤਾ ਗੱਦੀ ਤੇ ਪ੍ਰਗਟ ਹੋਣਾ ਕਰੋ। जेकर कहो रहे सरीत, ਮਹਾਰਾਜ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਵੀ ਅਸੀਂ ਇਸੇ ਤਰ੍ਹਾਂ ਭੋਰੇ ਜੀ ਬੈਠੇ ਰਹਿਣਾ, ਇਸੇ ਤਰ੍ਹਾਂ ਆਨੰਦ ਲੈਂਦੇ ਰਹਿਣਾ, ਜੇ ਤੁਸੀਂ ਇਹ ਚਾਹੁੰਦੇ ਹੋ करे कामना पूरन चीत, ਤੇ ਮਹਾਰਾਜ ਵੀ ਇੱਥੇ ਬੈਠਿਆਂ ਜਿਹੜੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨੀਆਂ ਹਨ। तै भी सिखी हित निर्वाह, ਤੇ ਮਹਾਰਾਜ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਪ੍ਰਚਾਰ ਫੇਰੀਆਂ ਤੇ ਤੁਰੇ ਫਿਰੋ। ਤੁਹਾਡਾ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਤੇ ਨਾ ਕਰੇ। ਇੱਕ ਦੀ ਗੁਰੂ ਬਣ ਕੇ ਪ੍ਰਗਟ ਹੋਵੋ, ਭਾਵੇਂ ਇੱਥੇ ਹੀ ਬੈਠੇ ਰਹੋ। ਅਸੀਂ ਇੱਥੇ ਆ ਕੇ ਤੁਹਾਨੂੰ ਮੱਥਾ ਟੇਕ ਲਾਂ ਕਰਾਂਗੇ, ਇੱਥੇ ਆ ਕੇ ਅਸੀਂ ਅਰਦਾਸ ਕਰ ਲਾਂ ਕਰਾਂਗੇ। ਤੁਸੀਂ ਇੱਥੋਂ ਬੈਠਿਆਂ ਹੀ ਸਾਨੂੰ ਬਖਸ਼ਿਸ਼ਾਂ ਕਰੀ ਜਾਇਓ। ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਇੱਥੋਂ ਉੱਠ ਕੇ ਬਾਹਰ ਨਿਕਲੋ, ਦੂਰ ਜਾਓ, ਕਿਸੇ ਦੇਸ਼ ਵਿੱਚ ਜਾਓ, ਇੱਧਰ ਉੱਧਰ ਫਿਰੋ। ਨਹੀਂ ਫਿਰਨਾ ਤੇ ਤੁਹਾਡੀ ਮਰਜ਼ੀ ਹੈ। ਤੁਸੀਂ ਮਹਾਰਾਜ ਪ੍ਰਗਟ ਹੋ ਜਾਓ, ਬੈਠੇ ਭਾਵੇਂ ਇੱਥੇ ਹੀ ਰਹੋ। ਅਸੀਂ ਇੱਥੇ ਹੀ ਤੁਹਾਨੂੰ ਆ ਕੇ ਪੂਜ ਲੈਣਾ ਹੈ। वांछा पूरन करो उमाहा, ਮਹਾਰਾਜ ਅਸੀਂ ਅਰਦਾਸਾਂ ਕਰਾਂਗੇ ਆਪੋ ਆਪਣੇ ਘਰਾਂ ਦੇ ਵਿੱਚੋਂ। ਤੇ ਜਿਵੇਂ ਤੁਸੀਂ ਮੇਰੀ ਅਰਦਾਸ ਮੰਨ ਕੇ ਸਮੁੰਦਰ ਵਿੱਚ ਮੇਰੇ ਬੇੜੇ ਨੂੰ ਬੰਨੇ ਲਾਇਆ, ਮਹਾਰਾਜ ਇਸੇ ਤਰ੍ਹਾਂ ਅੱਗੇ ਤੋਂ ਵੀ ਇੱਥੋਂ ਬੈਠੇ ਹੀ ਸਾਡੇ ਉੱਪਰ ਕਿਰਪਾ ਕਰ ਦਿਆ ਕਰੋ। ਤੇ ਇਸ ਤਰ੍ਹਾਂ ਇਹ ਤੁਸੀਂ ਬੈਠ ਸਕਦੇ ਹੋ। यह भी सिखियन की अभिलाखा, ਮਹਾਰਾਜ ਸਿੱਖਾਂ ਦੀ ਇੱਛਾ। ਜੇ ਤੁਹਾਨੂੰ ਲੱਗਦਾ ਨਾ ਬਾਹਰ ਨਿਕਲ ਕੇ ਸਾਨੂੰ ਤੁਰਨਾ ਫਿਰਨਾ ਪਏਗਾ, ਸੰਗਤ ਵਿੱਚ ਵਿਚਰਨਾ ਪਏਗਾ, ਇੱਧਰ ਉੱਧਰ ਜਾਣਾ ਪਏਗਾ, ਤੁਸੀਂ ਨਹੀਂ ਜਾਣਾ ਚਾਹੁੰਦੇ, ਨਾ ਜਾਓ। ਇੱਥੇ ਬੈਠੇ ਰਹੋ। ਇੱਥੋਂ ਬੈਠ ਕੇ ਸਿੱਖਾਂ ਦੀਆਂ ਇੱਛਾ ਪੂਰੀਆਂ ਕਰੋ। ਸਿੱਖ ਇਸ ਗੱਲ ਨੂੰ ਵੀ ਮੰਨਣ ਨੂੰ ਤਿਆਰ ਨੇ ਵੀ ਜੇ ਤੁਸੀਂ ਕਿਤੇ ਨਹੀਂ ਜਾਣਾ, ਇੱਥੇ ਬੈਠੇ ਰਹੋ, ਸਾਨੂੰ ਤਾਂ ਵੀ ਮਨਜ਼ੂਰ ਹੈ, ਪਰ ਇੱਕ ਵਾਰੀ ਪ੍ਰਗਟ ਹੋ ਜਾਣਾ ਕਰੋ। सबन मनोरथ या मैं राखा, ਇਸ ਕਰਕੇ ਮਹਾਰਾਜ ਦੇ ਵਿੱਚ ਸਾਰਿਆਂ ਦਾ ਮਨੋਰਥ ਇੱਛਾ ਹੈ। अपर कामना पूरो जैसे, ਤੇ ਆਪਣੀ ਕਾਮਨਾ ਵੀ ਪੂਰੀ ਕਰੋ। ਸਾਰਿਆਂ ਦਾ ਮਨੋਰਥ ਮੈਂ ਦੱਸ ਦਿੱਤਾ। ਸਾਰੀ ਸੰਗਤ ਵੱਲੋਂ ਮੰਨ ਲਓ ਵੀ ਮੈਂ ਹੀ ਆਇਆ ਸੰਗਤ ਦਾ ਨੁਮਾਇੰਦਾ ਬਣ ਕੇ ਤੁਹਾਨੂੰ ਕਹਿਣ ਵਾਸਤੇ। ਮੈਂ ਕਹਿ ਦਿੱਤਾ ਸੰਗਤ ਦੀ ਵੀ ਮੰਨ ਲੈਣਾ ਕਰੋ ਤੇ ਮੇਰੀ ਵੀ ਮੰਨ ਲੈਣਾ ਕਰੋ। हरकत करो सिखन गन तैसे, ਮਹਾਰਾਜ ਪ੍ਰਸੰਨਤਾ ਕਰੋ, ਸਿੱਖਾਂ ਨੂੰ ਨਿਹਾਲ ਕਰੋ ਆਪ ਦੀ ਸੰਗਤ ਵਿੱਚ ਬੈਠ ਕੇ। श्री हर कृष्ण बाग सत करिए, ਨਾਲ ਇਹਦੇ ਨਾਲ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਬਚਨ ਸੱਚੇ ਕਰੋ। ਜਿਹੜਾ ਉਹਨਾਂ ਨੇ ਆਖਿਆ ਵੀ ਬਾਬਾ ਗੁਰੂ ਨਾਵਾਂ ਗੁਰੂ ਜਿਹੜਾ ਬਾਬੇ ਬਕਾਲੇ ਦੀ ਧਰਤੀ ਤੇ ਹੈ, ਤੁਹਾਡੇ ਪ੍ਰਗਟ ਹੋਣ ਦੇ ਨਾਲ 8ਵੇਂ ਗੁਰੂ ਦਾ ਬਚਨ ਵੀ ਪੂਰਾ ਹੋ ਜਾਣਾ ਹੈ। बैठ सभा में दर्श दिखरिए, ਮਹਾਰਾਜ ਸੰਗਤ ਵਿੱਚ ਬੈਠ ਕੇ ਦਰਸ਼ਨ ਦੇਣੇ ਕਰੋ। बिद तो जगत बखैस भांति, ਮਹਾਰਾਜ ਇਸ ਤਰ੍ਹਾਂ ਸੰਸਾਰ ਵਿੱਚ ਪ੍ਰਗਟ ਹੋ ਕੇ ਦਰਸ਼ਨ ਦੇਣੇ ਕਰੋ। जथा चंद्रमा पूरन राति, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੈ। ਪੂਰਨਮਾਸ਼ੀ ਦਾ ਚੰਦਰਮਾ ਬਿਲਕੁਲ ਪੂਰਾ ਤੇ ਗੋਲ ਹੈ, ਉਹਦੇ ਵਿੱਚ ਕੋਈ ਘਾਟ ਵਾਧ ਨਹੀਂ ਹੈ।
ਪੂਰਨਮਾਸ਼ੀ ਦੇ ਚੰਦਰਮਾ ਵਾਂਗ ਪੂਰੇ ਦੇ ਪੂਰੇ ਹੋ ਕੇ ਮਹਾਰਾਜ ਗੁਰਤਾ ਗੱਦੀ ਤੇ ਪ੍ਰਕਾਸ਼ ਹੋਵੋ। ਸਿੱਖਿਆਨ ਕੋ ਕਰਵੇ ਕਲਿਆਣ, ਸਿੱਖਾਂ ਦੀ ਕਲਿਆਣ ਕਰੋ ਮਹਾਰਾਜ ਬੈਠ ਕੇ। ਚੌ ਦਿਸ਼ ਮੈਂ ਜਿਤ ਕਿਤ ਬ੍ਰਿਤ ਜਾਨ, ਤੇ ਚੌਹਾਂ ਦਿਸ਼ਾਂ ਦੇ ਵਿੱਚ ਜਿੱਧਰ ਕਿੱਧਰ ਵੀ ਮਹਾਰਾਜ ਜਿਵੇਂ ਚੰਦਰਮਾ ਦੀ ਚਾਂਦਨੀ ਸਾਰਿਆਂ ਥਾਵਾਂ ਤੇ ਪ੍ਰਕਾਸ਼ ਕਰਦੀ ਹੈ, ਇਸੇ ਤਰ੍ਹਾਂ ਮਹਾਰਾਜ ਗੁਰਤਾ ਗੱਦੀ ਤੇ ਬੈਠ ਕੇ ਚਾਰੇ ਦਿਸ਼ਾਵਾਂ ਦੇ ਸਿੱਖ ਜਿਹੜੇ ਨੇ ਉਹਨਾਂ ਦਾ ਭਲਾ ਕਰਨਾ ਕਰੋ। ਅਜਰ ਜਰਨ ਗਨ ਦਸਟਨ ਮਾਹੀ, ਅਜਰ ਜਰਨ ਗਨ ਦਸਟਨ ਮਾਹੀ। ਕਹਿਣ ਲੱਗੇ ਵੀ ਅਜਾਰ ਜਿਹੜੀਆਂ ਸ਼ਕਤੀਆਂ ਨਹੀਂ ਜਰੀਆਂ ਜਾਣ ਵਾਲੀਆਂ ਮਹਾਰਾਜ ਤੁਸੀਂ ਜਰ ਸਕਦੇ ਹੋ। ਅਸੀਂ ਵੇਖ ਲਿਆ ਤੁਸੀਂ ਜਰ ਸਕਦੇ ਹੋ, ਅਤੇ ਇਸੇ ਤਰ੍ਹਾਂ ਤੁਸੀਂ ਜਿਹੜੇ ਹੋ ਸ੍ਰੇਸ਼ਟ ਹੋ। ਬਾਕੀ ਤੇ ਦੁਸ਼ਟਾਂ ਦੀ ਸਭਾ ਹੈ, ਤੁਸੀਂ ਸਭ ਤੋਂ ਉੱਤਮ ਹੋ। ਨਹੀਂ ਜਨਾਬਨ ਸ਼ਕਤ ਤਹਾਹੀ, ਮਹਾਰਾਜ ਤੁਸੀਂ ਕਦੇ ਆਪਣੇ ਆਪ ਨੂੰ ਜਨਾਇਆ ਨਹੀਂ। ਆ 22 ਗੁਰੂ ਬਾਹਰ ਬੈਠੇ ਆਪਣੇ ਆਪ ਨੂੰ ਆਪ ਜਨਾਉਂਦੇ ਪਏ, ਅਸੀਂ ਗੁਰੂ ਆ, ਅਸੀਂ ਗੁਰੂ ਆ। ਪਰ ਤੁਸੀਂ ਗੁਰੂ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਜਨਾਉਂਦੇ ਨਹੀਂ ਹੋ। ਹਰਖ ਸ਼ੋਕ ਮਾਨ ਅਪਮਾਨ, ਮਹਾਰਾਜ ਜੀ ਹਰਖ ਤੇ ਸ਼ੋਕ, ਖੁਸ਼ੀ ਤੇ ਗਮੀ, ਮਾਨ ਇੱਜ਼ਤ ਤੇ ਅਪਮਾਨ ਨਰਾਦਰੀ, ਇਹ ਜਿੰਨੀਆਂ ਵੀ ਗੱਲਾਂ ਹਨ ਸੁਖ ਦੁਖ ਮਹਿ ਥਿਤ ਬ੍ਰਿਤੀ ਸਮਾਨ। ਸੁਖ ਦੇ ਵਿੱਚ ਦੁੱਖ ਦੇ ਵਿੱਚ ਕੇਵਲ ਤੁਹਾਡੀ ਬਿਰਤੀ ਸਮਾਨ ਬਰਾਬਰ ਹੈ। ਸੁਖ ਆ ਗਿਆ ਤਾਂ ਵੀ ਤੁਸੀਂ ਉਹੋ ਜਿਹੇ ਹੋ, ਦੁੱਖ ਆ ਗਿਆ ਤਾਂ ਵੀ ਤੁਸੀਂ ਉਹੋ ਜਿਹੇ ਹੋ। ਮਾਨ ਮਿਲ ਗਿਆ ਤਾਂ ਵੀ ਠੀਕ ਹੈ, ਅਪਮਾਨ ਮਿਲ ਗਿਆ ਤਾਂ ਵੀ ਠੀਕ ਹੈ। ਮਹਾਰਾਜ ਤੁਸੀਂ ਸਾਰੀਆਂ ਅਵਸਥਾ ਦੇ ਵਿੱਚ ਬਰਾਬਰ ਰਹਿਣ ਵਾਲੇ ਹੋ। ਇਤਿਆਦਿਕ ਜੋ ਗਰਭ ਭਾਰ, ਮਹਾਰਾਜ ਇਤਿਆਦਿਕ ਜਿਹੜੇ ਹੋਰ ਭਾਰੀ ਗੁਣ ਹਨ ਤਮ ਉਰ ਪਰ ਜਿਮ ਫੁੱਲ ਕੇ ਹਾਰ। ਮਹਾਰਾਜ ਜੀ ਇਹ ਭਾਰੇ ਭਾਰ ਤੁਹਾਡੀ ਛਾਤੀ ਤੇ ਫੁੱਲਾਂ ਦੇ ਵਾਂਗ ਨੇ। ਜਿਵੇਂ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਈਏ ਤੇ ਉਹ ਸੀਨੇ ਦੇ ਸਾਹਮਣੇ ਸ਼ੋਭਾ ਪਾਉਂਦਾ ਹੈ। ਮਹਾਰਾਜ ਜੀ ਆ ਜਿਹੜੇ ਗੁਣ ਲਿਖੇ ਨੇ ਨਾ ਸਾਰੇ, ਇਹ ਤੁਹਾਡੇ ਗਲ ਦੇ ਹਾਰ ਨੇ। ਤੁਸੀਂ ਇਸ ਹਾਰ ਦੇ ਨਾਲ ਮਾਨ ਅਪਮਾਨ, ਹਰਖ ਤੇ ਸ਼ੋਕ, ਖੁਸ਼ੀ ਤੇ ਗਮੀ, ਇਹ ਸਾਰੇ ਤੁਹਾਨੂੰ ਬਰਾਬਰ ਮੰਨ ਲਓ। ਤੁਸੀਂ ਆਪਣੇ ਗਲ ਦੇ ਵਿੱਚ ਇਹ ਹਾਰ ਪਹਿਨਿਆ ਹੋਇਆ ਹੈ। ਇਸੀ ਭਾਰ ਕੋ ਸੰਕਟ ਪਾਏ, ਮਹਾਰਾਜ ਇਸੇ ਭਾਰ ਦਾ ਸੰਕਟ ਦੁੱਖ ਪਾ ਕੇ ਸ਼ਤਰੂ ਤੁਮਾਰਨ ਸਿਰ ਦਬ ਜਾਏ। ਮਹਾਰਾਜ ਦੇ ਤੁਹਾਡੇ ਸ਼ਤਰੂ ਨੇ ਨਾ, ਦੁਸ਼ਮਣ ਭਾਵੇਂ ਅੱਜ ਕਿੰਨੇ ਵੀ ਨੇ, ਪਰ ਜਦੋਂ ਉਹਨਾਂ ਨੇ ਵੇਖਿਆ ਨਾ ਵੀ ਤੁਸੀਂ ਸੁੱਖ ਤੇ ਦੁੱਖ ਵਿੱਚ ਬਰਾਬਰ ਹੋ, ਮਾਨ ਅਪਮਾਨ ਵਿੱਚ ਬਰਾਬਰ ਹੋ, ਖੁਸ਼ੀ ਤੇ ਗਮੀ ਵਿੱਚ ਬਰਾਬਰ ਹੋ, ਤੁਹਾਡੇ ਦੁਸ਼ਮਣਾਂ ਨੇ ਆਪੇ ਹੀ ਦਬ ਜਾਣਾ। ਤੁਹਾਨੂੰ ਦੱਬਣ ਦੀ ਲੋੜ ਹੀ ਨਹੀਂ ਪੈਣੀ, ਤੁਹਾਨੂੰ ਮੁਕਾਉਣ ਦੀ ਲੋੜ ਨਹੀਂ ਪੈਣੀ। ਉਹਨਾਂ ਨੇ ਆਪਣੇ ਆਪ ਹੀ ਮੁੱਕ ਜਾਣਾ, ਕਿਉਂਕਿ ਇਹ ਗੁਣ ਉਹਨਾਂ ਵਿੱਚ ਹੋਣੇ ਨਹੀਂ ਤੇ ਤੁਹਾਡੇ ਗੁਣਾਂ ਨੇ ਤੁਹਾਨੂੰ ਉੱਚਿਆਂ ਕਰ ਦੇਣਾ। ਉਹਨਾਂ ਨੇ ਆਪੇ ਨੀਵੇਂ ਰਹਿ ਜਾਣਾ ਹੈ। ਕੋਸ਼ਿਸ਼ ਪਹਿਰੋ ਆਪ ਨਵੀਨ, ਮਹਾਰਾਜ ਨਵੀਂ ਪੋਸ਼ਾਕ ਲੈ ਕੇ ਆਇਆ, ਕਿਰਪਾ ਕਰਕੇ ਇਹਨੂੰ ਗਲ ਵਿੱਚ ਪਾਉਣਾ ਕਰੋ। ਬੈਠੋ ਹੋ ਦੇਹੋ ਦਰਸ਼ ਦੁਖਹੀਨ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਇਹਨੂੰ ਪਾ ਕੇ ਤੇ ਸੰਗਤਾਂ ਨੂੰ ਦਰਸ਼ਨ ਦਿਓ। ਇਹ ਮੇਰੇ ਮਨ ਦੀ ਇੱਛਾ ਹੈ ਕਿ ਤੁਸੀਂ ਹੁਣ ਜਿਵੇਂ ਕਿਵੇਂ ਵੀ ਹੋ ਸਕਦਾ ਸੰਗਤ ਨੂੰ ਦਰਸ਼ਨ ਦਿਓ। ਸੰਗਤ ਤੁਹਾਡੇ ਦਰਸ਼ਨ ਕਰਨੇ ਚਾਹੁੰਦੀ ਹੈ। ਇਸ ਪ੍ਰਕਾਰ ਬਹੁ ਬਿਨੈ ਭਨੰਤਾ। ਕਹਿਣ ਲੱਗੇ ਵੀ ਮੱਖਣ ਸ਼ਾਹ ਲਵਾਣਾ ਵੀ ਹੁਣ ਇੱਕ ਵਪਾਰੀ ਹੈ। ਬੜੇ ਉਤਰਾਅ ਚੜਾਅ ਉਹਨੇ ਵੇਖੇ ਨੇ, ਬੜੇ ਦੇਸ਼ਾਂ ਦੀ ਯਾਤਰਾ ਕੀਤੀ ਹੈ, ਬੜਾ ਸੁਲਝਿਆ ਤੇ ਸਿਆਣਾ ਆਦਮੀ ਹੈ। ਛੇਤੀ ਕੀਤੀਆਂ ਗੱਲਾਂ ਵਿੱਚ ਆਉਣ ਵਾਲਾ ਨਹੀਂ। ਇੰਨੀਆਂ ਬੇਨਤੀਆਂ ਕਰਕੇ ਹੱਥ ਜੋੜਦਾ ਕਹਿਣ ਲੱਗਾ, ਮਹਾਰਾਜ ਇਹ ਤੇ ਹੁਣ ਤੁਸੀਂ ਨਿੱਕਾ ਨਿੱਕਾ ਬਹਾਨਾ ਲੱਭਦੇ ਪਏ ਹੋ। ਇਹਨਾਂ ਗੱਲਾਂ ਨੂੰ ਛੱਡ ਕੇ ਮੇਰੀ ਬੇਨਤੀ ਹੈ ਵੀ ਇਹਨੂੰ ਮੰਨੋ ਤੇ ਪ੍ਰਗਟ ਹੋ। ਸੰਗਤ ਵਿੱਚ ਵਿਚਰੋ, ਸੰਗਤ ਵਿੱਚ ਬੈਠਣਾ ਕਰੋ। ਚਾਹੇ ਸਭ ਸਿੱਖਿਆਨ ਗੁਰੂ ਦਿਖੰਤਾ। ਮਹਾਰਾਜ ਤੁਹਾਡੀ ਸੰਗਤ ਬਾਹਰ ਬੈਠੀ ਹੈ ਤੇ ਸੰਗਤ ਆਪਣੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੀ ਹੈ ਤੇ ਸੰਗਤ ਨੂੰ ਦਰਸ਼ਨ ਦੇਣੇ ਸਾਡੀ ਸੇਵਾ ਹੈ। ਸੰਗਤ ਤੁਹਾਡੇ ਦਰਸ਼ਨਾਂ ਦੀ ਲਾਲਸਾ ਲੈ ਕੇ ਬਾਬਾ ਬਕਾਲਾ ਸ਼ਹਿਰ ਦੇ ਨਗਰ ਦੇ ਬਾਹਰ ਬੈਠੀ ਹੈ। ਕਦੋਂ ਗੁਰੂ ਪ੍ਰਗਟ ਹੋਵੇ ਤੇ ਅਸੀਂ ਦਰਸ਼ਨ ਕਰੀਏ। ਤੇ ਮਹਾਰਾਜ ਸਾਰੇ ਕੰਮ ਧੰਦੇ ਵਾਲੇ ਨੇ, ਕੋਈ ਖੇਤੀ ਕਰਨ ਵਾਲਾ, ਕੋਈ ਦੁਕਾਨਦਾਰੀ ਕਰਨ ਵਾਲਾ, ਕੋਈ ਆਪਣਾ ਜਿਹੜਾ ਹੈ ਵਪਾਰ ਕਰਨ ਵਾਲਾ ਹੈ, ਤੇ ਚਾਹੁੰਦੇ ਨੇ ਵੀ ਦਰਸ਼ਨ ਹੋਣ ਤੇ ਅਸੀਂ ਆਪਣੇ ਆਪਣੇ ਘਰ ਨੂੰ ਜਾਈਏ। ਤੇ ਪਾਤਸ਼ਾਹ ਜੀ ਉਡੀਕਦੇ ਪਏ, ਕਿਰਪਾ ਕਰਕੇ ਦਰਸ਼ਨ ਦੇਵੋ। ਸ੍ਰੀ ਗੁਰੂ ਤੇਗ ਬਹਾਦਰ ਚੰਦ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਖ ਕਹਿੰਦੇ ਚੰਦਰਮਾ ਵਰਗਾ ਹੈ, ਬੜਾ ਪ੍ਰਕਾਸ਼ਮਾਨ ਸੁਭਾ ਵਾਲਾ ਹੈ। ਸਦਾ ਮਗਨ ਜੋ ਬ੍ਰਹਮਾਨੰਦ। ਤੇ ਮਹਾਰਾਜ ਦੀ ਬਿਰਤੀ ਸਦਾ ਬ੍ਰਹਮਾਨੰਦ ਵਿੱਚ ਮਗਨ ਰਹਿੰਦੀ ਹੈ। ਸਦਾ ਬ੍ਰਹਮ ਦੇ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਰੱਖਦੇ ਹਨ। ਸੰਗਤ ਸਕਲ ਸਹਿਤ ਵੱਡ ਚਾਹ। ਹੁਣ ਸੰਗਤ ਦੀ ਇੱਛਾ,
ਮਹਾਰਾਜ ਸੋਚਣ ਲੱਗ ਪਿਆ ਵੀ ਕੱਲਾ ਮੱਖਣ ਸ਼ਾਹ ਨਹੀਂ, ਮੱਖਣ ਸ਼ਾਹ ਦੇ ਵਾਂਗ ਹੋਰ ਵੀ ਬੜੀਆਂ ਗੁਰੂ ਨਾਨਕ ਦੀਆਂ ਸੰਗਤਾਂ, ਉਹਨਾਂ ਦੇ ਮਨ ਦੀ ਇੱਛਾ ਵੀ ਅਸੀਂ ਆਪਣੇ ਗੁਰੂ ਨੂੰ ਪ੍ਰਗਟ ਕਰਕੇ ਦਰਸ਼ਨ ਕਰੀਏ। ਜਿਸ ਮਹਿ ਮੁਖੈ ਸੋ ਮੱਖਣ ਸ਼ਾਹ। ਮਹਾਰਾਜ ਨੇ ਇਹ ਵੀ ਸੋਚਿਆ ਵੀ ਸੰਗਤ ਦਾ ਮੁਖੀ ਬਣ ਕੇ ਇਹ ਆਇਆ, ਸੰਗਤ ਦਾ ਨੁਮਾਇੰਦਾ ਬਣ ਕੇ ਆਇਆ, ਸੰਗਤ ਵੱਲੋਂ ਬੇਨਤੀ ਕਰਨ ਇਹ ਆਇਆ, ਇਹਦੀ ਗੱਲ ਵੀ ਮੰਨਣੀ ਚਾਹੀਦੀ ਹੈ। ਪੂਰਨ ਕਰਨੇ ਹੀ ਬਣਾਏ। ਸਤਿਗੁਰੂ ਸੋਚਣ ਲੱਗ ਪਏ ਵੀ ਇਹ ਗੱਲ ਹੁਣ ਪੂਰੀ ਕਰਨੀ ਪੈਣੀ ਹੈ। ਮੱਖਣ ਸ਼ਾਹ ਵੀ ਜਿੱਦ ਕਰਕੇ ਬੈਠ ਗਿਆ ਵੀ ਮਹਾਰਾਜ ਪ੍ਰਗਟ ਤੇ ਹੋਣਾ ਪੈਣਾ। ਸੰਗਤ ਵੀ ਚਾਹੁੰਦੀ ਹੈ ਵੀ ਗੁਰੂ ਪ੍ਰਗਟ ਹੋਵੇ। ਮਹਾਰਾਜ ਹੁਣ ਸੋਚਦੇ ਪਏ ਵੀ ਇਹ ਗੱਲ ਹੁਣ ਪ੍ਰਗਟ ਹੋਣ ਤੋਂ ਬਿਨਾਂ ਰਹਿ ਨਹੀਂ ਸਕਦੀ ਹੈ। ਇਹ ਮੱਤੇ ਸਿਸ਼ਯਨ ਆਪਣੇ ਉਰ ਲਿਆਏ। ਮਹਾਰਾਜ ਜੀਆਂ ਨੇ ਬਚਨ ਸਾਰੇ ਸੁਣੇ ਤੇ ਸੁਣ ਕੇ ਨਾ ਫਿਰ ਆਪਣੇ ਮਨ ਵਿੱਚ ਸੋਚਣ ਲੱਗ ਪਏ। ਗੁਰੂ ਤੇਗ ਬਹਾਦਰ ਮਹਾਰਾਜ ਕਿੰਨਾ ਸਮਾਂ ਚੁੱਪ ਰਹੇ, ਨਾ ਮੱਖਣ ਸ਼ਾਹ ਨੇ ਕੁਝ ਆਖਿਆ ਫਿਰ ਤੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਚੁੱਪ ਕਰਕੇ ਮਹਾਰਾਜ ਜੀਆਂ ਨੇ ਨੇਤਰ ਕੀਤੇ ਬੰਦ ਤੇ ਕੁਝ ਸਮੇਂ ਵਾਸਤੇ ਪਾਤਸ਼ਾਹ ਸੋਚਦੇ ਰਹੇ ਹਨ। ਮੁਸਕਾਵਤ ਬੋਲੇ ਗਨ ਖਾਨੀ। ਤੇ ਉਸ ਵੇਲੇ ਗੁਨਾਹ ਦੀ ਖਾਨ ਮਹਾਰਾਜ ਸੋਚਣ ਤੋਂ ਮਗਰੋਂ ਜਦੋਂ ਨੇਤਰ ਖੋਲੇ ਤੇ ਸਾਹਮਣੇ ਮੱਖਣ ਸ਼ਾਹ ਲਬਾਣਾ ਬੈਠਾ ਹੱਥ ਜੋੜ ਕੇ ਵਾਰ-ਵਾਰ ਤਰਲਾ ਕਰਦਾ। ਸਤਿਗੁਰਾਂ ਨੇ ਤੱਕਿਆ ਮੱਖਣ ਸ਼ਾਹ ਲਬਾਣੇ ਦੇ ਵੱਲ। ਆਪਣੇ ਮੁਖ ਤੋਂ ਮਹਾਰਾਜ ਜੀਆਂ ਨੇ ਪਹਿਲਾ ਬਚਨ ਜਿਹੜਾ ਸੀ ਉਹ ਮੱਖਣ ਸ਼ਾਹ ਨੂੰ ਫਿਰ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ। ਇਹ ਬਚਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ ਗੁਰੂ ਰਹਿਮਤ ਕਰੇ। ਕਿਹੜੇ ਕਿਹੜੇ ਬਚਨ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਰਨਗੇ ਆਉਣ ਵਾਲੇ ਸਮੇਂ ਦੇ, ਭਵਿੱਖ ਦੇ ਸਮੇਂ ਦੇ, ਇਹ ਆਪਾਂ ਸਰਵਣ ਕਰਾਂਗੇ। ਗੁਰੂ ਰਹਿਮਤ ਕਰੇ। ਬਚਨ ਉਪਦੇਸ਼ ਸਤਿਗੁਰਾਂ ਦਾ ਹਿਰਦੇ ਵਸੇ। ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਲੇਖੈ ਕਤੈ ਨ ਛੁਟੀਐ। ਬਖਸ਼ਨਹਾਰ ਬਖਸ਼ ਲੈ।